ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਧਾਰ ਜੀਅਰੇ ਇਕ ਟੇਕ ਤੂੰ, ਲਾਹੇ ਵਡਾਨੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਪੌੜੀ ਧੱਦਾ ਧਾਵਤ ਤਉ ਮਿਟੈ, ਸੰਤ ਸੰਗ ਹੋਏ ਵਾਸ। ਧੁਰ ਤੇ ਕਿਰਪਾ ਕਰੋ ਆਪ, ਤਉ ਹੋਏ ਮਨਹਿ ਪਰਗਾਸ। ਧਨ ਸਾਚਾ ਤਿਉ ਸਚ ਸਾਹਾ, ਹਰ ਹਰ ਪੂੰਜੀ ਨਾਮ ਵਿਸਾਹਾ। ਧੀਰਜ ਜਸ ਸੋਭਾ ਤਿਹ ਬਨਿਆ, ਹਰ ਹਰ ਨਾਮ ਸਰਾਵਨ ਜਿਹ ਸੁਨਿਆ। ਗੁਰਮੁਖ ਜਿਹ ਘਟ ਰਹੇ ਸਮਾਈ, ਨਾਨਕ ਤਿਹ ਜਨ ਮਿਲੀ ਵਡਿਆਈ। ਗੁਰਮੁਖ ਜਿਹ ਘਟ ਰਹੇ ਸਮਾਈ, ਨਾਨਕ ਤਿਹ ਜਨ ਮਿਲੀ ਵਡਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਕਾਫੀ ਸਮੇਂ ਤੋਂ ਲੈ ਕੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਚੱਲ ਰਹੀ ਹੈ, ਜੋ ਕਿ ਵਿਚਾਰ ਗੌੜੀ ਰਾਗ ਦੇ ਅੰਦਰ 52 ਅੱਖਰੀ ਦੁਆਰਾ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ ਸ਼ਲੋਕ ਦੇ ਅੰਦਰ, ਧਾਰ ਜੀ ਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਮਹਾਰਾਜ ਜੀ ਕਹਿਣ ਲੱਗੇ, ਹੇ ਜੀਵ, ਤੂੰ ਇੱਕ ਹਰੀ ਵਾਹਿਗੁਰੂ ਦੀ ਟੇਕ, ਹਰੀ ਵਾਹਿਗੁਰੂ ਦੀ ਓਟ ਜੀ ਅਰੇ ਅੰਦਰ ਹਿਰਦੇ ਵਿੱਚ ਧਾਰਨ ਕਰ। ਧਾਰ ਜੀ ਅਰੇ ਇੱਕ ਟੇਕ ਤੋਂ, ਕਿ ਹੇ ਜੀਵ, ਤੂੰ ਇੱਕ ਹਰੀ ਵਾਹਿਗੁਰੂ ਦੀ ਓਟ ਹਿਰਦੇ ਵਿੱਚ ਧਾਰਨ ਕਰ। ਲਾਹੇ ਬਡਾਨੀ ਆਸ, ਹੋਰ ਬਡਾਨੀ ਬਗਾਨੀਆਂ ਆਸਾਂ, ਬਗਾਨੀਆਂ ਉਮੀਦਾਂ ਲਾਉਣੀਆਂ ਕਰ, ਭਾਵ ਛੱਡਣੀਆਂ ਕਰ। ਇੱਕ ਉਸ ਪਰਮੇਸ਼ਰ ਦੀ ਅਕਾਲ ਪੁਰਖ ਦੀ ਟੇਕ ਹੈ, ਜਿਹੜੀ ਓਟ ਹੈ, ਉਹ ਜੀਅਰਾ ਹੁੰਦਾ ਹਿਰਦਾ, ਹਿਰਦੇ ਦੇ ਵਿੱਚ ਧਾਰਨ ਕਰ। ਜਿਹੜੀਆਂ ਬਗਾਨੀਆਂ ਆਸਾਂ ਹਨ, ਉਮੀਦਾਂ ਹਨ, ਉਹਨਾਂ ਨੂੰ ਛੱਡਣਾ ਕਰ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਕਿ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਹਰੀ ਦੇ ਨਾਮ ਨੂੰ ਧਿਆਉਣਾ ਕਰ, ਹਿਰਦੇ ਦੇ ਵਿੱਚ ਧਾਰਨ ਕਰਕੇ ਪਰਮੇਸ਼ਰ ਨੂੰ, ਤੇ ਉਸ ਹਰੀ ਵਾਹਿਗੁਰੂ ਨੂੰ ਧਿਆਉਣਾ ਕਰ, ਤਾਂ ਤੇਰੇ ਸਾਰੇ ਕਾਰਜ ਆਵੈ ਰਾਸ, ਸਾਰੇ ਕਾਰਜ ਕੰਮ ਰਾਸ ਆ ਜਾਣਗੇ। ਤੇਰੇ ਕੰਮ ਸਾਰੇ ਸੱਚਾਈ 'ਚ ਆ ਜਾਣਗੇ, ਭਾਵ ਕੋਈ ਵਿਘਨ ਨਹੀਂ ਪਵੇਗਾ। ਮੁਕਤੀ ਰੂਪੀ ਕਾਰਜ ਜਿਹੜੇ ਹਨ ਉਹ ਸਾਰੇ ਸਫਲੇ ਹੋ ਜਾਣਗੇ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਧੱਦਾ ਧਾਵਤ ਤਉ ਮਿਟੈ, ਸੰਤ ਸੰਗ ਹੋਏ ਵਾਸ। ਮਹਾਰਾਜ ਜੀ ਕਹਿਣ ਲੱਗੇ, 52 ਅੱਖਰੀ ਦੇ ਅੰਦਰ ਧੱਦੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਮਨ ਵਿਸ਼ਿਆਂ ਵਿਕਾਰਾਂ ਵੱਲੋਂ, ਮਨ ਵਿਸ਼ਿਆਂ ਵਿਕਾਰਾਂ ਵੱਲ ਦੌੜਦਾ ਤਾਂ ਕਿ ਦੌੜਦਾ ਮਿਟਦਾ, ਭਾਵ ਰੁਕਦਾ ਨਹੀਂ। ਇਹ ਜਿਹੜਾ ਮਨ ਹੈ ਵਿਸ਼ੇ ਵਿਕਾਰਾਂ ਵੱਲ ਦੌੜਦਾ ਹੋਇਆ, ਉਹ ਰੁਕਦਾ ਨਹੀਂ। ਪਰ ਰੁਕਦਾ ਕਿਵੇਂ ਹੈ? ਮਹਾਰਾਜ ਜੀ ਕਹਿਣ ਲੱਗੇ, ਸੰਤ ਸੰਗ ਹੋਏ ਵਾਸ। ਜੇ ਸੰਤਾਂ ਦੀ ਸੰਗਤ ਨਾਲ ਵਾਸਾ ਹੋ ਜਾਏਗਾ, ਮਿਲਾਪ ਹੋ ਜਾਏਗਾ, ਤਾਂ ਇਹ ਵਿਸ਼ਿਆਂ ਵਿਕਾਰਾਂ ਵੱਲੋਂ ਜਿਹੜਾ ਧਾਵਤ ਹੁੰਦਾ ਹੈ, ਦੌੜਦਾ ਹੈ, ਇਹ ਰੁਕਦਾ ਹੈ। ਧੱਦਾ ਧਾਵਤ ਤਉ ਮਿਟੈ, ਸੰਤ ਸੰਗ ਹੋਏ ਵਾਸ। ਜੇ ਸੰਤਾਂ ਦੀ ਸੰਗਤ, ਗੁਰੂ ਦੀ ਸੰਗਤ ਦੇ ਨਾਲ ਇਸ ਦਾ ਵਾਸਾ ਹੋ ਜਾਏਗਾ, ਤਾਂ ਮਨ ਵਿਸ਼ਿਆਂ ਵਿਕਾਰਾਂ ਵੱਲੋਂ ਦੌੜਦਾ ਹੈ ਜਿਹੜਾ ਉਹ ਰੁਕਦਾ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਮਨ ਦੀ ਦੌੜ ਇਤਨੀ ਤੇਜ਼ ਮੰਨੀ ਗਈ ਹੈ। ਜਿਹੜਾ ਮਨ ਹੈ, ਇਸ ਦੀ ਦੌੜ ਇਤਨੀ ਤੇਜ਼ ਮੰਨੀ ਗਈ ਹੈ, ਗੋਲੀ ਤਾਂ ਚੱਲੇ ਤੋਂ ਨਿਸ਼ਾਨੇ 'ਤੇ ਲੱਗਦੀ ਹੈ, ਇਸ ਦੀ ਬਿਰਤੀ ਮਿੰਟਾਂ ਸਕਿੰਟਾਂ ਵਿੱਚ ਨਿਸ਼ਾਨੇ 'ਤੇ ਪਹੁੰਚ ਜਾਂਦੀ ਹੈ। ਫਿਰ ਕਹਿੰਦੇ, ਸੂਰਜ ਦੀ ਕਿਰਨ 1 ਸਕਿੰਟ ਅੰਦਰ 5000 ਮੀਲ 'ਤੇ ਧਰਤੀ 'ਤੇ ਚਾਨਣ ਕਰਦੀ ਹੈ। ਮਨ ਇਸ ਤੋਂ ਵੀ ਜ਼ਿਆਦਾ ਤੇਜ਼ ਦੌੜਦਾ ਹੈ, ਸੂਰਜ ਦੀ ਕਿਰਨ ਤੋਂ ਵੀ, ਕਿ ਗੋਲੀ ਤੋਂ ਵੀ ਜ਼ਿਆਦਾ ਦੌੜਦਾ ਹੈ ਅਤੇ ਸੂਰਜ ਦੀ ਕਿਰਨ ਤੋਂ ਵੀ ਜ਼ਿਆਦਾ ਤੇਜ਼ ਦੌੜਦਾ ਹੈ। ਇਸ ਦੀ ਦੌੜ ਤਾਂ ਮਿਟਦੀ ਹੈ ਜੇ ਸੰਤ ਸੰਗ ਹੋਏ ਵਾਸ। ਜੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਇਸ ਮਨ ਦਾ ਵਾਸਾ ਹੋ ਜਾਏ, ਫਿਰ ਇਹ ਮਨ ਜੋ ਬਾਹਰ ਦੌੜਦਾ ਹੈ, ਬਾਹਰ
ਫਿਰਦਾ ਹੈ, ਇਹ ਅੰਦਰ ਹੀ ਟਿਕ ਜਾਂਦਾ ਹੈ। ਧੁਰ ਤੇ ਕਿਰਪਾ ਕਰੋ ਆਪ। ਹੇ ਮਹਾਰਾਜ, ਜਿਸ ਤੇ ਆਪ ਧੁਰ ਤੋਂ ਮੁੱਢ ਤੋਂ ਕਿਰਪਾ ਕਰਦੇ ਹੋ, ਤੋ ਹੋਏ ਮਨ ਹੈ ਪ੍ਰਗਾਸ। ਉਸ ਦੇ ਮਨ ਵਿੱਚ ਪ੍ਰਕਾਸ਼ ਹੁੰਦਾ ਹੈ, ਭਾਵ ਗਿਆਨ ਦਾ ਚਾਨਣਾ ਹੁੰਦਾ ਹੈ। ਹੇ ਮਹਾਰਾਜ, ਜਿਸ ਤੇ ਆਪ ਮੁੱਢ ਤੋਂ ਸ਼ੁਰੂ ਤੋਂ ਹੀ ਕਿਰਪਾ ਕਰਦੇ ਹੋ, ਉਸ ਦੇ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਦਾ ਚਾਨਣ ਹੁੰਦਾ ਹੈ। ਧਨ ਸਾਚਾ ਤੇਉ ਸੱਚ ਸਾਹਾ। ਜਿਸ ਕੋਲ ਨਾਮ ਰੂਪੀ ਸੱਚਾ ਧਨ ਹੈ, ਉਹ ਹੀ ਸੱਚਾ ਸਾਹੂਕਾਰ ਹੈ। ਧਨ ਸਾਚਾ ਤੇਉ ਸੱਚ ਸਾਹਾ, ਕਿ ਜਿਸ ਕੋਲ ਨਾਮ ਰੂਪੀ ਸੱਚਾ ਧਨ ਹੈ, ਉਹ ਹੀ ਸੱਚਾ ਸਾਹੂਕਾਰ ਹੈ। ਹਰ ਹਰ ਪੂੰਜੀ ਨਾਮ ਵਿਸਾਹਾ। ਉਸਨੇ ਸਰਦਾ ਰੂਪੀ ਪੂੰਜੀ ਦੁਆਰਾ ਤੇਰੇ ਹਰ ਹਰ ਨਾਮ ਨੂੰ ਖਰੀਦਿਆ ਹੈ। ਜੋ ਸੱਚਾ ਸਾਹੂਕਾਰ ਹੈ, ਜਿਸ ਕੋਲ ਸੱਚਾ ਧਨ ਹੈ, ਕਿ ਉਸੇ ਨੇ ਸਰਦਾ ਰੂਪੀ ਪੂੰਜੀ ਦੁਆਰਾ ਤੇਰੇ ਹਰ ਹਰ ਨਾਮ ਨੂੰ ਵਿਸਾਹਾ ਹੁੰਦਾ ਖਰੀਦਿਆ ਹੈ। ਤਾਨ ਮਾਨ ਧਨ ਰੂਪੀ ਪੂੰਜੀ ਦੇ ਕੇ ਤੇਰੇ ਹਰ ਹਰ ਨਾਮ ਨੂੰ ਖਰੀਦਣਾ ਕੀਤਾ ਹੈ। ਧੀਰ ਜਿਸ ਜਾਸ ਸੋਭਾ ਤਿਨ ਬਨਿਆ। ਉਸ ਜੀਵ ਦਾ ਚਿੱਤ ਧੀਰਜ ਵਿੱਚ, ਟਿਕਾਓ ਵਿੱਚ, ਵਡਿਆਈ ਕੀਰਤੀ ਸੰਸਾਰ ਵਿੱਚ ਬਣਿਆ ਹੈ, ਭਾਵ ਪ੍ਰਾਪਤ ਹੋਇਆ ਹੈ। ਹਰ ਹਰ ਨਾਮ ਸ਼ਰਾਵਣ ਜਿਹ ਸੁਣਿਆ। ਜਿਸ ਨੇ ਤੇਰੇ ਹਰ ਹਰ ਨਾਮ ਨੂੰ ਸਰਦਾ ਤੇ ਵਿਸ਼ਵਾਸ ਰੂਪੀ ਸ਼ਰਾਵਣ ਹੁੰਦਾ ਕੰਨ ਤੇ ਕੰਨਾਂ ਨਾਲ ਸੁਣਿਆ ਹੈ, ਉਸ ਜੀਵ ਦਾ ਚਿੱਤ ਟਿਕਾਓ ਵਿੱਚ ਬਣਿਆ ਹੈ, ਭਾਵ ਟਿਕਾਓ ਪ੍ਰਾਪਤ ਹੋਇਆ ਹੈ ਉਹਨਾਂ ਨੂੰ। ਗੁਰਮੁਖ ਜਿਹ ਘਟ ਰਹੇ ਸਮਾਈ। ਜਿਸ ਗੁਰਮੁਖ ਦੇ ਹਿਰਦੇ ਵਿੱਚ ਹਰ ਵਕਤ ਹੇ ਪਰਮੇਸ਼ਰ ਤੇਰਾ ਨਾਮ ਸਮਾਇਆ ਰਹਿੰਦਾ ਹੈ। ਨਾਨਕ ਤਿਹ ਜਨ ਮਿਲੀ ਵਡਾਈ। ਸਤਿਗੁਰੂ ਜੀ ਕਹਿਣ ਲੱਗੇ, ਉਸ ਪੁਰਖ ਨੂੰ ਵਡਾਈ ਸੋਭਾ ਮਿਲਦੀ ਹੈ। ਗੁਰਮੁਖ ਜਿਹ ਘਟ ਰਹੇ ਸਮਾਈ, ਕਿ ਜਿਸ ਗੁਰਮੁਖ ਦੇ ਘਾਟ ਹੁੰਦਾ ਹਿਰਦੇ ਵਿੱਚ ਹਰ ਵਕਤ ਤੇਰਾ ਨਾਮ ਸਮਾਇਆ ਰਹਿੰਦਾ ਹੈ। ਨਾਨਕ ਤਿਹ ਜਨ ਮਿਲੀ ਵਡਾਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਜਨ, ਉਸ ਪੁਰਖ ਨੂੰ ਵਡਾਈ ਮਿਲਦੀ ਹੈ, ਸੋਭਾ ਮਿਲਦੀ ਹੈ। ਸਲੋਕ ਨਾਨਕ ਨਾਮ ਜਪ ਜਪਿਆ, ਅੰਤਰ ਬਾਹਰ ਰੰਗ ਗੁਰ ਪੂਰੈ ਉਪਦੇਸਿਆ। ਨਰਕ ਨਾਹੇ ਸਾਧ ਸੰਗ। ਨਾਨਕ ਨਾਮ ਜਪ ਜਪਿਆ, ਅੰਤਰ ਬਾਹਰ ਰੰਗ ਗੁਰ ਪੂਰੈ ਉਪਦੇਸਿਆ। ਨਰਕ ਨਾਹੇ ਸਾਧ ਸੰਗ। ਪੌੜੀ ਨੰਨਾ ਨਰਕ ਪਰੇ ਤੇ ਨਾਹੀ, ਜਾਂ ਕੈ ਮਨ ਤਨ ਨਾਮ ਵਿਸਾਹੀ। ਨਾਮ ਨਿਧਾਨ ਗੁਰਮੁਖ ਜੋ ਜਪਤੇ, ਬਿਖ ਮਾਇਆ ਮਹਿ ਨਾ ਉਏ ਖਪਤੇ। ਨੰਨਾ ਕਾਰ ਨ ਹੋਤਾ ਤਾਂ ਕਹੋ, ਨਾਮ ਮੰਤਰ ਗੁਰ ਦੀਨੋ ਜਾਂ ਕਹੋ। ਨਿਧ ਨਿਧਾਨ ਹਰ ਅੰਮ੍ਰਿਤ ਪੂਰੇ, ਤਹਿ ਬਾਜੇ ਨਾਨਕ ਅਨਹਦ ਤੂਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਇੱਕ ਸ਼ਬਦ ਦੇ ਵਿੱਚ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਸ਼ਲੋਕ ਦੁਆਰਾ ਸਮਝਾ ਰਹੇ ਹਨ। ਸ਼ਲੋਕ ਨਾਨਕ ਨਾਮ ਜਪ ਜਪਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪੁਰਖਾਂ ਨੇ ਪ੍ਰੇਮ ਕਰਕੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਜਾਪ ਜਪਿਆ ਹੈ ਅਤੇ ਬਾਹਰ ਬਾਣੀ ਦੁਆਰਾ ਬੋਲਣੇ ਕਰਕੇ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਹੈ
ਅਤੇ ਸਰੀਰ ਕਰਕੇ ਵੀ ਨਾਮ ਜਪਿਆ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਗੁਰ ਪੂਰੈ ਉਪਦੇਸਿਆ ਨਰਕ ਨਾਹੇ ਸਾਧ ਸੰਗ, ਕਿ ਉਹਨਾਂ ਨੂੰ ਪੂਰਨ ਸਤਿਗੁਰਾਂ ਨੇ ਉਪਦੇਸਿਆ, ਉਪਦੇਸ਼ ਦਿੱਤਾ ਹੈ ਕਿ ਸਾਧ ਸੰਗ ਸਤ ਸੰਗਤ ਦੁਆਰਾ ਨਰਕਾਂ ਵਿੱਚ ਨਹੀਂ ਪੈਣਾ ਕਰੀਦਾ। ਸ਼ਲੋਕ ਦੇ ਅੰਦਰ ਸਮਝਾ ਰਹੇ ਹਨ, ਨਾਨਕ ਨਾਮ ਨਾਮ ਜਪ ਜਪਿਆ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਨ੍ਹਾਂ ਪੁਰਖਾਂ ਨੇ ਪ੍ਰੇਮ ਕਰਕੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ, ਨਾਮ ਦਾ ਜਾਪ ਜਪਿਆ ਹੈ ਅਤੇ ਬਾਹਰ ਬਾਣੀ ਦੁਆਰਾ ਬੋਲਣੇ ਕਰਕੇ, ਸਰੀਰ ਕਰਕੇ ਵੀ ਨਾਮ ਜਪਿਆ ਹੈ, ਗੁਰ ਪੂਰੈ ਉਪਦੇਸਿਆ, ਉਹਨਾਂ ਨੂੰ ਪੂਰਨ ਸਤਿਗੁਰਾਂ ਨੇ ਉਪਦੇਸਿਆ, ਉਪਦੇਸ਼ ਦਿੱਤਾ ਹੈ ਕਿ ਨਰਕ ਨਾਹੇ ਸਾਧ ਸੰਗ, ਕਿ ਸਾਧ ਸੰਗਤ ਦੁਆਰਾ ਨਰਕਾਂ ਵਿੱਚ ਨਹੀਂ ਪੈਣਾ ਕਰੀਦਾ। ਪੌੜੀ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਨੰਨਾ ਨਰਕ ਭਰੇ ਤੇ ਨਾਹੀ, ਨੰਨੇ ਅੱਖਰ ਦੁਆਰਾ ਕਥਨ ਕਰਦੇ ਹਨ। ਉਹ ਪੁਰਖ ਕਦੇ ਵੀ ਨਰਕਾਂ ਵਿੱਚ ਨਹੀਂ ਪੈਣਗੇ। ਨੰਨਾ ਨਰਕ ਪਰਹੇ ਤੇ ਨਾਹੀ, ਨੰਨੇ ਅੱਖਰ ਦੁਆਰਾ ਸਮਝਾ ਰਹੇ ਹਨ ਕਿ ਉਹ ਪੁਰਖ ਕਦੇ ਵੀ ਨਰਕਾਂ ਵਿੱਚ ਨਹੀਂ ਪੈਣਗੇ। ਜਾਂ ਕੈ ਮਨ ਤਨ ਨਾਮ ਵਸਾਹੀ, ਜਾਂ ਕੈ ਜਿਨ੍ਹਾਂ ਦੇ ਮਨ, ਜਿਨ੍ਹਾਂ ਦੇ ਅੰਤਸਕਰਨ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਤੇ ਤਨ ਸਰੀਰ ਵਿੱਚ ਨਾਮ ਵਸਾਹੀ, ਵਾਹਿਗੁਰੂ ਦਾ ਨਾਮ ਵਸਦਾ ਹੈ, ਉਹ ਪੁਰਖ ਕਦੇ ਵੀ ਨਰਕਾਂ ਵਿੱਚ ਨਹੀਂ ਪੈਣਗੇ। ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਤਨ ਸਰੀਰ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹ ਪੁਰਖ ਕਦੇ ਵੀ ਨਰਕਾਂ ਵਿੱਚ ਨਹੀਂ ਪੈਣਗੇ। ਨਾਮ ਨਿਧਾਨ ਗੁਰਮੁਖ ਜੋ ਜਪਤੇ, ਜਿਹੜੇ ਗੁਰਮੁਖ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਨਿਧਾਨ ਹੁੰਦਾ ਖਜ਼ਾਨੇ ਨੂੰ ਜਪਦੇ ਹਨ। ਬਿਖ ਮਾਇਆ ਮੈਂ ਓਏ, ਬਿਖ ਮਾਇਆ ਮਹਿ ਨਾ ਓਏ ਖਪਤੇ, ਕਿ ਉਹ ਬਿਖ ਹੁੰਦਾ ਜ਼ਹਿਰ ਰੂਪੀ ਮਾਇਆ ਵਿੱਚ ਨਹੀਂ ਖਪਦੇ, ਭਾਵ ਨਹੀਂ ਖਚਤ ਹੁੰਦੇ। ਜੋ ਜਿਹੜੇ ਗੁਰਮੁਖ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਖਜ਼ਾਨੇ ਨੂੰ ਜਪਦੇ ਹਨ, ਉਹ ਜ਼ਹਿਰ ਰੂਪੀ ਮਾਇਆ ਵਿੱਚ ਨਹੀਂ ਖਪਦੇ, ਉਹ ਖਚਤ ਨਹੀਂ ਹੁੰਦੇ। ਨੰਨਾ ਕਾਰ ਨਾ ਹੋਤਾ ਤਾਂ ਕਹੋ, ਮਹਾਰਾਜ ਜੀ ਕਹਿਣ ਲੱਗੇ, ਉਹਨਾਂ ਪੁਰਖਾਂ ਨੂੰ ਦਰਗਾਹ ਵਿੱਚ ਕੋਈ ਵੀ ਨੰਨਾ ਕਾਰ ਨਿਰਾਦਰ ਨਹੀਂ ਹੁੰਦਾ, ਜਿਹੜੇ ਮਾਇਆ ਦੇ ਵਿੱਚ ਖਚਤ ਨਹੀਂ ਹੁੰਦੇ, ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ, ਖਜ਼ਾਨੇ ਨੂੰ ਜਪਦੇ ਹਨ। ਉਹਨਾਂ ਪੁਰਖਾਂ ਨੂੰ ਦਰਗਾਹ ਵਿੱਚ ਕੋਈ ਨੰਨਾ ਕਾਰ ਨਿਰਾਦਰ ਨਹੀਂ ਹੁੰਦਾ। ਅਤੇ ਨਾਮ ਮੰਤਰ ਗੁਰ ਦੀਨੋ ਜਾਂ ਕੋ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਦਾ ਨਾਮ ਮੰਤਰ ਦਿੱਤਾ ਹੈ, ਉਹਨਾਂ ਪੁਰਖਾਂ ਨੂੰ ਦਰਗਾਹ ਵਿੱਚ ਕਦੇ ਵੀ ਨਿਰਾਦਰ ਨਹੀਂ ਹੁੰਦਾ। ਨਿੱਧ ਨਿਧਾਨ ਹਰ ਅੰਮ੍ਰਿਤ ਪੂਰੇ, ਉਹ ਨਿੱਧ 9 ਨਿਧੀਆਂ ਦੇ ਖਜ਼ਾਨੇ ਬਣ ਗਏ ਹਨ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਮੰਤਰ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਦਾ ਨਾਮ ਮੰਤਰ ਦਿੱਤਾ ਹੈ, ਉਹ 9 ਨਿਧੀਆਂ ਦੇ ਖਜ਼ਾਨੇ ਬਣ ਗਏ ਹਨ। ਅਤੇ ਹਰੀ ਵਾਹਿਗੁਰੂ ਦੇ ਅੰਮ੍ਰਿਤ ਨਾਮ ਦੇ ਆਨੰਦ ਕਰਕੇ ਲਵਾ ਲਵ ਪੂਰਨ ਹਨ। ਤਬ ਬਾਜੇ ਨਾਨਕ ਅਨਹਦ ਤੂਰੇ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਅੰਦਰ ਅਨਹਦ, ਇੱਕ ਰਸ ਹੱਦ ਤੋਂ ਰਹਿਤ ਸਤਨਾਮ ਰੂਪੀ ਬਾਜੇ ਸੀ ਘਰ ਹੀ ਵੱਜ ਆਉਂਦੇ ਹਨ, ਭਾਵ ਉਹਨਾਂ ਦਾ ਹੱਦ ਤੋਂ ਰਹਿਤ ਜਾਪ ਹੁੰਦਾ ਹੈ, ਜੋ ਨਿਧੀਆਂ ਦੇ ਖਜ਼ਾਨੇ ਬਣ ਜਾਂਦੇ ਹਨ। ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ, ਤਾਜ ਪਰਪੰਚ ਮੋਹ ਵਿਕਾਰ, ਨਾਨਕ ਸੋ ਅਰਾਧੀਐ ਅੰਤ ਨ ਪਾਰਾਵਾਰ। ਪੌੜੀ ਪੱਪਾ ਪਰਮਿਤ ਪਾਰ ਨ ਪਾਇਆ, ਪਾਤਤ ਪਾਵਨ ਆਗਮ ਹਰ ਰਾਇਆ, ਹੋਤ ਪਨੀਤ ਕੋਟ ਅਪਰਾਧੂ,
ਅੰਮ੍ਰਿਤ ਨਾਮ ਜਪਹਿ ਮਿਲ ਸਾਧੂ, ਪਰਪੰਚ ਧਰੋ ਮੋਹ ਮਿਟਨਾਈ, ਜਾਂ ਕੋ ਰਾਖੋ ਆਪ ਗੁਸਾਈ। ਪਾਤਸ਼ਾਹ 70 ਸਿਰ ਸੋ, ਨਾਨਕ ਦੂਸਰ ਅਵਰ ਨਾ ਕੋ। ਸ਼ਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਬਾਣੀ ਦੁਆਰਾ ਸਮਝਾ ਰਹੇ ਹਨ। ਮਤ ਰਾਖੀ ਗੁਰ ਪਾਰ ਬ੍ਰਹਮ, ਕਿ ਜਿਨ੍ਹਾਂ ਦੀ ਸਤਿਗੁਰਾਂ ਨੇ ਹਰੀ ਪਰਮੇਸ਼ਰ ਨੇ ਪਾਤ ਇੱਜ਼ਤ ਰੱਖਣਾ ਕੀਤੀ ਹੈ। ਪਰਮੇਸ਼ਰ ਸਰੂਪ ਗੁਰਾਂ ਨੇ ਲੋਕ ਪਰਲੋਕ ਵਿੱਚ ਜਿਨ੍ਹਾਂ ਦੀ ਇੱਜ਼ਤ ਰੱਖਣਾ ਕੀਤੀ ਹੈ। ਤਾਜ ਪ੍ਰਪੰਚ ਮੋਹ ਵਿਕਾਰ, ਉਹਨਾਂ ਨੇ ਪ੍ਰਪੰਚ ਹੁੰਦਾ ਸੰਸਾਰ ਵਿੱਚ ਛਲ ਕਰਨਾ, ਮੋਹ ਕਰਨਾ, ਵਿਕਾਰ ਵਿਸ਼ੇ ਭੋਗਣੇ ਛੱਡ ਦਿੱਤੇ ਹਨ। ਪਤ ਰਾਖੀ ਗੁਰ ਪਾਰ ਬ੍ਰਹਮ, ਤਾਜ ਪ੍ਰਪੰਚ ਮੋਹ ਵਿਕਾਰ, ਜਿਨ੍ਹਾਂ ਦੀ ਸਤਿਗੁਰਾਂ ਨੇ ਪਾਰ ਬ੍ਰਹਮ ਹਰੀ ਪਰਮੇਸ਼ਰ ਨੇ ਇੱਜ਼ਤ ਰੱਖਣਾ ਕੀਤੀ ਹੈ। ਪਰਮੇਸ਼ਰ ਸਰੂਪ ਗੁਰਾਂ ਨੇ ਲੋਕ ਪਰਲੋਕ ਵਿੱਚ ਇੱਜ਼ਤ ਰੱਖਣਾ ਕੀਤੀ ਹੈ। ਤਾਜ ਪ੍ਰਪੰਚ ਮੋਹ ਵਿਕਾਰ, ਉਹਨਾਂ ਨੇ ਪ੍ਰਪੰਚ ਹੁੰਦਾ ਸੰਸਾਰ ਵਿੱਚ ਛਲ ਕਰਨਾ ਛੱਡ ਦਿੱਤਾ ਹੈ ਤੇ ਮੋਹ ਕਰਨਾ ਛੱਡ ਦਿੱਤੇ ਹਨ। ਵਿਕਾਰ ਵਿਸ਼ੇ ਵਿਕਾਰ ਭੋਗਣੇ ਛੱਡ ਦਿੱਤੇ ਹਨ। ਨਾਨਕ ਸੋ ਅਰਾਧੀਐ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੋ ਉਸ ਹਰੀ ਵਾਹਿਗੁਰੂ ਨੂੰ ਅਰਾਧੀਐ ਧਿਆਉਣਾ ਕਰੀਏ। ਅੰਤ ਨਾ ਪਾਰਾਵਾਰ, ਜਿਸ ਦਾ ਪਾਰਾਵਾਰ ਪਾਰ ਉਰਵਾਰ ਦਾ ਅੰਤ ਨਹੀਂ ਪਾਇਆ ਜਾਂਦਾ, ਕਿ ਉਸ ਹਰੀ ਵਾਹਿਗੁਰੂ ਨੂੰ ਧਿਆਉਣਾ ਕਰੀਏ। ਪੌੜੀ ਦੁਆਰਾ ਮਹਾਰਾਜ ਜੀ ਕਥਨ ਕਰਦੇ ਹਨ, ਪੱਪਾ ਪਰਮਿਤ ਪਾਰ ਨਾ ਪਾਇਆ। ਪੱਪੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹਰੀ ਪਰਮੇਸ਼ਰ ਦੁਨੀਆ ਦੀ ਪਰਮਿਤ ਮਰਜ਼ਾਦਾ 6 ਸ਼ਾਸਤਰ 4 ਵੇਦ 27 ਸਿਮਰਤੀਆਂ 18 ਪੁਰਾਣਾਂ ਤੋਂ ਪਰੇ ਹੈ। ਉਸ ਦੇ ਪਾਰ ਉਰਾਰ ਦਾ ਕਿਸੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ। ਪੱਪਾ ਪਰਮਿਤ ਪਾਰ ਨਾ ਪਾਇਆ, ਕਿ ਪੱਪੇ ਅੱਖਰ ਦੁਆਰਾ ਮਹਾਰਾਜ ਜੀ ਕਥਨ ਕਰਦੇ ਹਨ ਹਰੀ ਪਰਮੇਸ਼ਰ ਦੁਨੀਆ ਦੀ ਪਰਮਿਤ ਮਰਜ਼ਾਦਾ 6 ਸ਼ਾਸਤਰ 4 ਵੇਦਾਂ 27 ਸਿਮਰਤੀਆਂ 18 ਪੁਰਾਣਾਂ ਤੋਂ ਪਰੇ ਹੈ। ਉਸ ਦੇ ਪਾਰ ਉਰਾਰ ਦਾ ਕਿਸੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ। ਪਾਤਤ ਪਾਵਨ ਅਗਮ ਹਰ ਰਾਇਆ, ਕਿ ਉਹ ਆਗਮ ਮਨ ਦੀ ਹੰਗਤਾ ਤੋਂ ਰਹਿਤ ਰਾਜਾ ਸਰੂਪ ਪਰਮੇਸ਼ਰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪਾਤਤ ਪਾਵਨ ਆਗਮ ਹਰ ਰਾਇਆ, ਕਿ ਉਹ ਆਗਮ ਮਨ ਦੀ ਹੰਗਤਾ ਤੋਂ ਰਹਿਤ ਰਾਜਾ ਸਰੂਪ ਪਰਮੇਸ਼ਰ ਪਾਤਤ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਹੋਤ ਪਨੀਤ ਕੋਟ ਅਪਰਾਧੂ, ਉਹ ਕੋਟ ਕਰੋੜਾਂ ਹੀ ਅਪਰਾਧੂ ਪਾਪ ਕਰਨ ਵਾਲੇ ਪਾਪੀ ਪਵਿੱਤਰ ਹੁੰਦੇ ਹਨ। ਅੰਮ੍ਰਿਤ ਨਾਮ ਜਪਹਿ ਮਿਲ ਸਾਧੂ, ਜੋ ਸਾਧੂ ਸ੍ਰੇਸ਼ਟ ਜਨਾਂ ਨਾਲ ਮਿਲ ਕੇ ਅੰਮ੍ਰਿਤ ਅਮਰ ਕਰਨ ਵਾਲੇ ਨਾਮ ਨੂੰ ਜਪਦੇ ਹਨ। ਜੋ ਸ੍ਰੇਸ਼ਟ ਜਨਾਂ ਨਾਲ ਗੁਰੂ ਦੀ ਸੰਗਤ ਨਾਲ ਮਿਲ ਕੇ ਅਮਰ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ, ਉਹ ਕਰੋੜਾਂ ਹੀ ਪਾਪ ਕਰਨ ਵਾਲੇ ਪਾਪੀ ਪਵਿੱਤਰ ਹੁੰਦੇ ਹਨ। ਪਰਪੰਚ ਧਰੋ ਮੋਹ ਮਿਟਨਾਈ, ਉਸ ਦੇ ਪਰਪੰਚ ਹੁੰਦਾ ਛਲ, ਧਰੋ ਹੁੰਦਾ ਵੈਰ ਭਾਵ, ਮੋਹ ਆਦਿਕ ਨਾਈ ਨਾਮ ਦੇ ਜਪਣ ਕਰਕੇ ਮਿਟ ਜਾਂਦੇ ਹਨ। ਜੋ ਗੁਸਾਈ ਪ੍ਰਿਥਵੀ ਦੇ ਮਾਲਕ ਜੀ ਜਾਂ ਕੋ ਰਾਖੋ ਆਪ ਗੁਸਾਈ, ਹੇ ਗੁਸਾਈ ਪ੍ਰਿਥਵੀ ਦੇ ਪਾਲਕ, ਜਿਸ ਦੇ ਤਾਈ ਆਪ ਰੱਖਣਾ ਕਰਦੇ ਹੋ, ਕਿ ਉਸ ਦੇ ਛਲ ਧਰੋ ਬੈਰ ਭਾਵ ਮੋਹ ਆਦਿਕ ਨਾਮ ਦੇ ਜਪਣ ਕਰਕੇ ਮਿਟ ਜਾਂਦੇ ਹਨ। ਪਾਤਸ਼ਾਹ 70 ਸਿਰ ਸੋ, ਪਾਤ ਨਾਮ ਫਾਰਸੀ ਦਾ ਹੈ, ਕਿ ਪਾਤ ਨਾਮ ਫਾਰਸੀ ਵਿੱਚ ਤਖਤ ਦਾ ਹੈ।
ਕਿ ਮਾਲਕ ਦਾ ਨਾਮ ਭਾਵ ਉਹ ਤਖਤ ਦਾ ਮਾਲਕ ਹੈ, ਉਸੇ ਦੇ ਸਿਰ ਉਸੇ ਦੇ ਮਸਤਕ ਤੇ ਜਸ ਦਾ ਛਤਰ ਹੈ। ਪਾਤਸ਼ਾਹ ਛਤਰ ਸਿਰ ਸੋ ਕਿ ਪਾਤ ਨਾਮ ਫਾਰਸੀ ਵਿੱਚ ਤਖਤ ਦਾ ਹੈ, ਮਾਲਕ ਦਾ ਹੈ, ਭਾਵ ਉਹ ਤਖਤ ਦਾ ਮਾਲਕ ਹੈ, ਉਸੇ ਦੇ ਸਿਰ ਤੇ ਜਸ ਦਾ ਛਤਰ ਹੈ। ਗੁਰੂ ਜੀ ਕਥਨ ਕਰਦੇ ਹਨ, ਨਾਨਕ ਦੂਸਰ ਅਵਰ ਨਾ ਕੋ, ਕਿ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਜਿਸ ਦੀ ਨਿਗਾਹ ਵਿੱਚ ਵਾਹਿਗੁਰੂ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਨਹੀਂ ਦਿਖਦਾ, ਕਿ ਮਸਤਕ ਮੱਥੇ ਉੱਤੇ ਛਤਰ ਧਾਰਨ ਵਾਲਾ ਉਹ ਪਰਮੇਸ਼ਰ ਪਾਤਸ਼ਾਹ ਆਪ ਹੀ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਉਸ ਤੋਂ ਬਿਨਾਂ ਦੂਸਰਾ ਆਵਰ ਹੋਰ ਕੋਈ ਨਹੀਂ ਹੈ, ਇੱਕ ਉਹ ਪਰਮੇਸ਼ਰ ਹੀ ਹੈ, ਜਿਸ ਦੇ ਮਸਤਕ ਮੱਥੇ ਤੇ ਛਤਰ ਝਲਾਉਣ ਵਾਲਾ ਹੈ, ਉਹੀ ਝਲਾ ਰਿਹਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ, ਕਿ ਜਿਸ ਨੂੰ ਉਹ ਵਡਿਆਈਆਂ ਬਖਸ਼ਦਾ ਹੈ ਉਹੀ ਪਾਤਸ਼ਾਹ ਬਣਦਾ ਹੈ। ਅੱਗੇ ਮਹਾਰਾਜ ਜੀ ਸ਼ਲੋਕ ਦੇ ਅੰਦਰ ਸਮਝਾ ਰਹੇ ਹਨ, ਸ਼ਲੋਕ ਹਾਹੇ ਕਾਟੇ ਮਿਟੇ ਗਾਵਨ, ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰ ਨਾ ਮਿਟੈ ਨਿਤ ਨੀਤ। ਪੌੜੀ ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲ ਜੁਗ ਮਹਿ ਪਾਇਆ, ਫਿਰ ਇਹ ਆ ਅਵਸਰ ਚਰੈ ਨਾ ਥਾ, ਨਾਮ ਜਪੋ ਤੋ ਕੱਟਿਐ ਫਾਸਾ, ਫਿਰ ਆਵਨ ਜਾਨ ਨਾ ਹੋਈ, ਇਕ ਹੈ ਏਕ ਜਪੋ ਜਪ ਸੋਈ, ਕਰਹੁ ਕਿਰਪਾ ਪ੍ਰਭ ਕਰਨੈ ਹਾਰੇ, ਮੇਲ ਲਿਹੋ ਨਾਨਕ ਵਿਚਾਰੇ, ਕਰਹੁ ਕਿਰਪਾ ਪ੍ਰਭ ਕਰਨੈ ਹਾਰੇ, ਮੇਲ ਲਿਹੋ ਨਾਨਕ ਵਿਚਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਫਾਹੇ ਕਾਟੇ ਮਿਟੇ ਗਾਵਨ, ਕਿ ਉਹਨਾਂ ਦੇ ਸਤ ਸੰਗਤ ਦੀ ਪ੍ਰਾਪਤੀ ਕਰਕੇ ਜਮਾ ਦੇ ਪਾਹੇ ਕੱਟੇ ਗਏ ਹਨ। ਮਾਇਆ ਦੇ ਮੋਹ ਦੇ ਵਾਸਨਾ ਦੇ ਅਤੇ 84 ਲੱਖ ਜੂਨਾਂ ਦੇ ਚੱਕਰ ਵੀ ਮਿਟ ਗਏ ਹਨ, ਅਤੇ ਉਹਨਾਂ ਦੀ ਮਨ ਨੂੰ ਜਿੱਤ ਕੇ ਫਤਿਹ ਹੋਈ ਹੈ। ਉਹਨਾਂ ਦੀ ਮਨ ਨੂੰ ਜਿੱਤ ਕੇ ਫਤਿਹ ਹੋਈ ਹੈ, ਕਿ ਭਾਵ ਜਿੱਤ ਪ੍ਰਾਪਤ ਹੋ ਗਈ ਹੈ। ਜਿਵੇਂ ਪਾਰਸਨਾਥ ਨੇ 20,000 ਬੰਦੇ ਕੈਦ ਕੀਤੇ ਸਨ, ਕਹਿਣ ਲੱਗਿਆ ਕੋਈ ਹੈ ਜਿਸ ਨੂੰ ਮੈਂ ਨਾ ਜਿੱਤਿਆ ਹੋਵੇ। ਮਛੰਦਰ ਨੇ ਕਿਹਾ ਕਿ ਆਪਣੇ ਮਨ ਨੂੰ ਜਿੱਤਣਾ ਕਰ, ਆਪਣੇ ਮਨ ਨੂੰ ਜਿੱਤਣਾ ਕਰ। ਸੜ ਕੇ ਮਰ ਗਿਆ, ਮਨ ਨਾ ਜਿੱਤ ਸਕਿਆ। ਜਿਵੇਂ ਭਰਤਰੀ ਜੀ ਨੇ ਵੀ ਕਿਹਾ ਸੀ, ਮਾਨ ਰਿਪ ਜੀਤਾ ਸਭ ਰਿਪ ਜੀਤਾ, ਮਾਨ ਰਿਪ ਜੀਤਾ ਸਭ ਰਿਪ ਜੀਤਾ, ਇਤਰ ਤਨੋ ਹੋਏ ਇਤਰ ਤਨੋ ਮੈਂ ਹੋਏ ਨਾ ਨਿਗਰਹੇ, ਮਾਨਸ ਕੋ ਬਿਨ ਮਾਨਸ ਬਿਗਰਹੇ, ਕਿ ਮਨ ਜਿੱਤਣਾ ਬੜਾ ਔਖਾ ਹੈ। ਫਾਹੇ ਕਾਟੇ ਮਿਟੇ ਗਾਵਨ, ਫਤਿਹ ਭਈ ਮਨ ਜੀਤ। ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ ਦੀ ਫਤਿਹ ਪੈ ਜਾਂਦੀ ਹੈ। ਮਨ ਜੀਤੇ ਜਗ ਜੀਤ, ਉਹ ਸਾਰੇ ਸੰਸਾਰ ਨੂੰ ਜਗ ਨੂੰ ਜਿੱਤ ਲੈਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਫਾਹੇ ਕਾਟੇ ਮਿਟੇ ਗਾਵਨ, ਉਹਨਾਂ ਦੇ ਸਤ ਸੰਗਤ ਦੀ ਪ੍ਰਾਪਤੀ ਕਰਕੇ ਜਮਾਂ ਦੇ ਫਾਹੇ ਜਮਾਂ ਦੇ ਫੰਦੇ ਕੱਟੇ ਗਏ। ਮਾਇਆ ਦੇ ਮੋਹ ਦੇ ਵਾਸਨਾ ਦੇ ਅਤੇ 84 ਲੱਖ ਜੂਨਾਂ ਦੇ ਚੱਕਰ ਵੀ ਮਿਟ ਗਏ, ਅਤੇ ਉਹਨਾਂ ਦੀ ਮਨ ਨੂੰ ਜਿੱਤ ਕੇ ਫਤਿਹ ਹੋ ਗਈ ਹੈ। ਅੱਗੇ ਮਹਾਰਾਜ ਜੀ ਸਮਝਾ ਰਹੇ ਹਨ, ਨਾਨਕ ਗੁਰ ਤੇ ਥਿਤ ਪਾਈ, ਫਿਰ ਨਾ ਮਿਟੈ ਨਿਤ ਨੀਤ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਉਹਨਾਂ ਨੇ ਵਾਹਿਗੁਰੂ ਦੇ ਸਰੂਪ ਵਿੱਚ ਇਸਤਤੀ ਪਾਉਣਾ ਕੀਤੀ ਹੈ।
ਉਹ ਫੇਰ ਨਹੀਂ ਮਿਟਣਗੇ। ਨੀਤ ਸਰੂਪ ਨੂੰ ਪਾ ਕੇ ਨਿੱਤ ਸਰੂਪ ਹੋ ਜਾਣਗੇ। ਉਹਨਾਂ ਨੇ ਨਿੱਤ ਦੇ ਭਾਵ 84 ਲੱਖ ਦੇ ਫੇਰੇ ਮਿਟ ਗਏ ਹਨ, ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ ਤੇ ਪਰਮੇਸ਼ਰ ਦੇ ਸਰੂਪ ਵਿੱਚ ਇਸਤਤ ਰਹਿੰਦੇ ਹਨ। ਉਸ ਪਰਮੇਸ਼ਰ ਨੂੰ ਹਿਰਦੇ 'ਚ ਵਸਾ ਕੇ ਰੱਖਦੇ ਹਨ। ਪੌੜੀ ਫੱਫਾ ਫਿਰਤ ਫਿਰਤ ਤੂੰ ਆਇਆ। ਫੱਫੇ ਅੱਖਰ ਦੁਆਰਾ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਜੀਵ, ਤੂੰ 84 ਲੱਖ ਜੂਨੀਆਂ ਵਿੱਚ ਫਿਰਦਾ ਫਿਰਦਾ ਮਨੁੱਖਾ ਜਨਮ ਵਿੱਚ ਆਇਆ ਹੈ। ਫੱਫਾ ਫਿਰਤ ਫਿਰਤ ਤੂੰ ਆਇਆ ਕਿ ਫੱਫੇ ਅੱਖਰ ਦੁਆਰਾ ਮਹਾਰਾਜ ਜੀ ਸਮਝਾ ਰਹੇ ਹਨ ਇਸ ਜੀਵ ਨੂੰ, ਹੇ ਜੀਵ, ਤੂੰ 84 ਲੱਖ ਜੂਨੀਆਂ ਵਿੱਚ ਫਿਰਦਾ ਫਿਰਦਾ ਮਨੁੱਖਾ ਜਨਮ ਵਿੱਚ ਆਇਆ ਹੈ। ਦੁਰਲੱਭ ਦੇ ਕਲਯੁਗ ਮੈਂ ਪਾਇਆ ਕਿ ਕਲਯੁਗ ਦੇ ਵਿੱਚ ਇਹ ਦੁਰਲੱਭ ਕਠਿਨਤਾਈ ਨਾਲ ਮਿਲਣ ਵਾਲੇ ਅਮੋਲਕ ਸਰੀਰ ਨੂੰ ਪ੍ਰਾਪਤ ਕੀਤਾ ਹੈ। ਜਿਹੜੀ ਦੁਰਲੱਭ ਕਠਿਨਤਾ ਨਾਲ ਲੱਭਣ ਵਾਲੀ ਮਨੁੱਖਾ ਦੇਹੀ ਸੀ, ਇਹ ਕਲਯੁਗ ਵਿੱਚ ਥੋੜ੍ਹੀ ਬੰਦਗੀ ਕਰਕੇ ਮੁਕਤ ਹੋਣ ਵਾਸਤੇ ਪ੍ਰਾਪਤ ਹੋਈ ਹੈ। ਕਲਯੁਗ ਦੇ ਵਿੱਚ ਥੋੜ੍ਹੀ ਬੰਦਗੀ ਨਾਲ ਹੀ ਇਹ ਜਿਹੜੀ ਮੁਕਤੀ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਇਹ ਅਵਸਰ ਚਰੈ ਨਾ ਹਾਥਾ। ਫਿਰ ਇਹ ਸਮਾਂ, ਇਹ ਵੇਲਾ ਤੇਰੇ ਹੱਥ ਨਹੀਂ ਚੜ੍ਹਨਾ, ਤੈਨੂੰ ਪ੍ਰਾਪਤ ਨਹੀਂ ਹੋਣਾ। ਜਿਹੜਾ ਕਲਯੁਗ ਦੇ ਸਮੇਂ ਵਿੱਚ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਤੇ ਥੋੜ੍ਹੀ ਬੰਦਗੀ ਕਰਕੇ ਮੁਕਤੀ ਹੋ ਜਾਣੀ ਹੈ, ਫਿਰ ਇਹ ਅਵਸਰ ਸਮਾਂ ਵੇਲਾ ਤੇਰੇ ਹੱਥ ਨਹੀਂ ਆਵੇਗਾ, ਤੈਨੂੰ ਪ੍ਰਾਪਤ ਨਹੀਂ ਹੋਵੇਗਾ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਵਰੀਆ। ਸਿਮਰਤ ਕਹਾ ਨਹੀਂ ਕਿ ਪਰਮੇਸ਼ਰ ਦਾ ਨਾਮ ਸਿਮਰਨ ਕਰਕੇ ਇਹ ਮਨੁੱਖਾ ਦੇਹੀ ਹੈ ਜਿਹੜੀ ਇਹ ਸਫਲਾ ਹੋਣੀ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ ਕਿ ਫਿਰਦਾ ਫਿਰਦਾ ਇਹ ਜੀਵ ਕਿਤਨੇ ਯੁੱਗ ਲੰਘ ਗਏ ਹਨ। ਇਹਨਾਂ ਫਿਰਦਿਆਂ ਫਿਰਦਿਆਂ ਨੂੰ ਮਾਨਸ ਦੇ ਲਹੀ, ਮਾਨਸ ਦੇਹੀ ਪ੍ਰਾਪਤ ਹੋਈ ਹੈ। ਨਾਨਕ ਕਹਿਤ ਮਿਲਣ ਕੀ ਵਰੀਆ। ਮਹਾਰਾਜ ਜੀ ਕਹਿਣ ਲੱਗੇ ਇਹ ਵਾਰੀ ਪਰਮੇਸ਼ਰ ਨੂੰ ਮਿਲਣ ਦੀ ਮਿਲੀ ਹੈ। ਸਿਮਰਤ ਕਹਾ ਨਹੀਂ, ਫਿਰ ਤੂੰ ਕਾਹਦੇ ਵਾਸਤੇ ਸਿਮਰਦਾ ਨਹੀਂ, ਕਿਉਂ ਨਹੀਂ ਸਿਮਰਦਾ? ਸਿਮਰ ਲੈ, ਪਰਮੇਸ਼ਰ ਦਾ ਨਾਮ ਜਪ ਲੈ। ਨਾਮ ਜਪੋ ਤਉ ਕੱਟੀਐ ਫਾਸਾ। ਜੇ ਹੁਣ ਤੂੰ ਨਾਮ ਜਪੇਗਾ ਤਾਂ ਤੇਰੀ ਜਮਾ ਦੀ ਫਾਹੀ ਕੱਟੀ ਜਾਵੇਗੀ। ਫਿਰ ਆਵਨ ਜਾਨ ਨਾ ਹੋਈ। ਫਿਰ ਤੁਹਾਡਾ ਸੰਸਾਰ ਵਿੱਚ ਮੁੜ ਮੁੜ ਕੇ ਆਉਣਾ ਜਾਣਾ ਨਹੀਂ ਹੋਵੇਗਾ। ਜੇ ਪਰਮੇਸ਼ਰ ਦਾ ਨਾਮ ਜਪੇਗਾ ਤੇਰੀ ਜਮਾ ਦੀ ਫਾਹੀ ਕੱਟੀ ਜਾਏਗੀ। ਫਿਰ ਦੁਆਰਾ ਸੰਸਾਰ ਵਿੱਚ ਮੁੜ ਮੁੜ ਕੇ ਆਉਣਾ ਜਾਣਾ ਨਹੀਂ ਹੋਵੇਗਾ। ਜੇਕਰ ਇੱਕ ਹੈ ਏਕ ਜਪੋ ਜਪ ਸੋਈ। ਜੇਕਰ ਸੋਈ ਉਸ ਇੱਕ ਅਦਵੈਤ ਪਰਮੇਸ਼ਰ ਦੇ ਨਾਮ ਨੂੰ ਜਾਪਣਾ ਕਰੇਗਾ ਕਿ ਉਸ ਇੱਕੋ ਹਰੀ ਪਰਮੇਸ਼ਰ ਨੂੰ ਜਪਣਾ ਕਰੇਗਾ, ਫਿਰ ਸੰਸਾਰ ਦੇ ਵਿੱਚ ਮੁੜ ਕੇ ਆਉਣਾ ਜਾਣਾ ਨਹੀਂ ਬਣੇਗਾ। ਆਵਾਗਮਨ ਚੱਕਰ ਹੈ ਜਿਹੜਾ ਇਹ ਮਿਟ ਜਾਏਗਾ। ਕਰੋ ਕਿਰਪਾ ਪ੍ਰਭ ਕਰਨੈ ਹਾਰੇ, ਮੇਲ ਲਿਹੋ ਨਾਨਕ ਵਿਚਾਰੇ। ਮਹਾਰਾਜ ਜੀ ਕਹਿਣ ਲੱਗੇ ਹੇ ਸਾਰੇ ਜਗਤ ਨੂੰ ਕਰਨੈ ਹਾਰੇ, ਰਾਚਣ ਵਾਲੇ ਪ੍ਰਭੂ ਹਰੀ ਵਾਹਿਗੁਰੂ ਜੀ, ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ। ਨਾਨਕ ਲੇਹੋ ਨਾਨਕ ਵਿਚਾਰੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜੀਵ ਵਿਚਾਰੇ ਗਰੀਬ ਤੁੱਛ ਹਾਂ, ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਵੋ। ਸਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ, ਦੀਨ ਦਿਆਲ ਗੋਪਾਲ। ਸੁਖ ਸੰਪੈ ਬਹੁ ਭੋਗ ਰਸ, ਨਾਨਕ ਸਾਧਰਵਾਲ।
ਸ਼ਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ, ਕਿ ਹੇ ਦੀਨ ਗਰੀਬਾਂ ਤੇ ਦਿਆਲ ਦਿਆਲਤਾ ਕਰਨ ਵਾਲੇ ਗੋਪਾਲ, ਪ੍ਰਿਥਵੀ ਦੇ ਪਾਲਕ, ਪਾਰ ਬ੍ਰਹਮ ਪਰਮੇਸ਼ਰ, ਤੁਸੀਂ ਸਾਡੀ ਬਿਨੋ ਬੇਨਤੀ ਸੁਣਨਾ ਕਰੋ। ਬਿਨੋ ਸੁਣੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ, ਹੇ ਦੀਨ ਗਰੀਬਾਂ ਤੇ ਦਿਆਲ ਦਿਆਲਤਾ ਕਰਨ ਵਾਲੇ ਗੋਪਾਲ, ਪ੍ਰਿਥਵੀ ਦੇ ਪਾਲਕ ਪਰਮੇਸ਼ਰ, ਤੁਸੀਂ ਸਾਡੀ ਬੇਨਤੀ ਸੁਣਨਾ ਕਰੋ। ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧਰਵਾਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਸਾਧੂਆਂ ਦੀ ਚਰਨ ਧੂੜੀ ਵਿੱਚ ਸੁਖ ਸੰਪਦਾ ਕਿ ਬਹੁਤ ਭੋਗ ਪਦਾਰਥਾਂ ਤੇ ਬ੍ਰਹਮਾਨੰਦ ਦਾ ਰਸ ਹੈ, ਉਹਨਾਂ ਦੀ ਚਰਨ ਧੂੜੀ ਵਿੱਚ ਸਾਨੂੰ ਚਰਨ ਧੂੜੀ ਸਾਨੂੰ ਬਖਸ਼ਣਾ ਕਰੋ। ਜਿਨ੍ਹਾਂ ਸ੍ਰੇਸ਼ਟ ਜਨਾਂ ਨੇ ਦੁਨਿਆਵੀ ਸੁਖ ਸੰਪਦਾ ਤੇ ਬਹੁਤੇ ਭੋਗ ਪਦਾਰਥਾਂ ਦੇ ਰਸ ਧੂੜ ਰੂਪ ਸਮਝੇ ਹਨ, ਉਹਨਾਂ ਦੀ ਸਾਨੂੰ ਸੰਗਤ ਬਖਸ਼ਣਾ ਕਰੋ। ਪੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ, ਵੈਸ਼ਨੋ ਤੇ ਗੁਰਮੁਖ ਸੁਚ ਧਰਮਾ। ਬੱਬੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜੋ ਬ੍ਰਹਮ ਪਰਮੇਸ਼ਰ ਨੂੰ ਜਾਣਤ ਜਾਣ ਲੈਂਦੇ ਹਨ। ਬ੍ਰਹਮ ਜਾਣਤ ਤੇ ਬ੍ਰਹਮਾ, ਕਿ ਜੋ ਬ੍ਰਹਮ ਪਰਮੇਸ਼ਰ ਨੂੰ ਜਾਣ ਲੈਂਦੇ ਹਨ ਉਹ ਹੀ ਅਸਲ ਬ੍ਰਹਮਾ ਬ੍ਰਾਹਮਣ ਹਨ। ਜੋ ਬ੍ਰਹਮ ਵਿੱਚ ਲਿਵ ਲਾ ਕੇ ਏਕਤਾ ਪਾ ਲੈਂਦੇ ਹਨ ਉਹ ਬ੍ਰਹਮ ਦਾ ਰੂਪ ਬ੍ਰਾਹਮਣ ਹਨ ਤੇ ਉਹ ਵੈਸ਼ਨਵ ਹਨ। ਵੈਸ਼ਨੋ ਤੇ ਗੁਰਮੁਖ ਸੁਚ ਧਰਮਾ, ਉਹ ਵੈਸ਼ਨਵ ਹਨ ਜੋ ਗੁਰਮੁਖ ਮੁਖੀ ਗੁਰਾਂ ਦੁਆਰਾ ਪਵਿੱਤਰਤਾ ਦੇ ਧਰਮ ਵਾਲੇ ਹਨ। ਜੋ ਗੁਰਮੁਖ ਮੁਖੀ ਗੁਰਾਂ ਦੁਆਰਾ ਪਵਿੱਤਰਤਾ ਤੇ ਧਰਮ ਆਦਿਕਾਂ ਨੂੰ ਗ੍ਰਹਿਣ ਕਰਦਾ ਹੈ ਉਹ ਵੈਸ਼ਨਵ ਹੈ। ਜੋ ਸ਼ਰਾਬ ਮਾਸ ਆਦਿਕ ਨਾ ਵਰਤੇ ਉਹ ਵੈਸ਼ਨੂ ਹੈ। ਭਾਵ ਵੈਸ਼ਨੂ ਸੰਸਾਰ ਦੀ ਜੋ ਚੇਸ਼ਟਾ ਕਰਾਉਣ ਵਾਲਾ ਹਰੀ ਹੈ ਉਹ ਉਸ ਦਾ ਰੂਪ ਹੋ ਜਾਂਦੇ ਹਨ। ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਬੀਰਾ ਆਪਣਾ ਬੁਰਾ ਮਿਟਾਵੈ, ਬੀਰਾ ਆਪਨ ਬੁਰਾ ਮਿਟਾਵੈ, ਤਾਹੋਂ ਬੁਰਾ ਨਿਕਟ ਨਹੀਂ ਆਵੈ। ਕਿ ਜੋ ਆਪਣੇ ਮਨ ਦਾ ਬੁਰਾ ਬੈੜਾ ਸੁਭਾਅ ਮਿਟਾ ਦਿੰਦੇ ਹਨ ਉਹ ਬੀਰਾ ਬਹਾਦਰ ਭਾਵ ਛਤਰੀ ਹਨ। ਉਹਨਾਂ ਦੇ ਨਿਕਟ, ਉਹਨਾਂ ਦੇ ਨੇੜੇ ਭੈੜਾ ਸੰਕਲਪ ਨਹੀਂ ਆਉਂਦਾ। ਬੀਰਾ ਆਪਨ ਬੁਰਾ ਮਿਟਾਵੈ, ਤਾਹੂ ਬੁਰਾ ਨਿਕਟ ਨਹੀਂ ਆਵੈ। ਕਿ ਜੋ ਆਪਣੇ ਮਨ ਦਾ ਬੁਰਾ ਭੈੜਾ ਸੁਭਾਅ ਮਿਟਾ ਦਿੰਦੇ ਹਨ ਉਹ ਬਹਾਦਰ ਭਾਵ ਛਤਰੀ ਹਨ। ਉਹਨਾਂ ਦੇ ਨਿਕਟ, ਉਹਨਾਂ ਦੇ ਨੇੜੇ ਭੈੜਾ ਸੰਕਲਪ ਨਹੀਂ ਆਉਂਦਾ। ਮਹਾਰਾਜ ਜੀ ਕਹਿਣ ਲੱਗੇ, ਬਾਂਧਿਓ ਆਪਨ ਹਉ ਬੰਦਾ, ਦੋਸ ਦੇਤ ਆਗਹਿ ਕੋ ਅੰਧਾ। ਜੀਵ ਦਾ ਆਪਣੇ ਆਪ ਹੀ ਮੈਂ ਤੇ ਹਉ ਹੰਗਤਾ ਮਮਤਾ ਦੇ ਬੰਧਨਾਂ ਵਿੱਚ ਵੱਜ ਗਿਆ ਹੈ। ਬਾਂਧਿਓ ਆਪਨ ਹਉ ਬੰਦਾ, ਕਿ ਜੀਵ ਤਾਂ ਆਪਣੇ ਆਪ ਹੀ ਮੈਂ ਤੇ ਹਉ ਹੰਗਤਾ ਤੇ ਮਮਤਾ ਦੇ ਬੰਧਨਾਂ ਵਿੱਚ ਵੱਜ ਗਿਆ ਹੈ। ਦੋਸ ਦੇਤ ਆਗਹਿ ਕੋ ਅੰਧਾ, ਇਹ ਅੰਨਾ ਅਗਿਆਨੀ ਜੀਵ ਅਗਲਿਆਂ ਲੋਕਾਂ ਨੂੰ ਦੋਸ਼ ਦਿੰਦਾ ਹੈ। ਆਪਣੇ ਭੈੜੇ ਸੁਭਾਅ ਦੀ ਪਰਵਾਹ ਨਹੀਂ ਕਰਦਾ ਕਿ ਆਪਣਾ ਕਸੂਰ ਹੈ, ਦੋਸ਼ ਦੂਜਿਆਂ ਨੂੰ ਦੇ ਹੀ ਜਾਂਦਾ ਹੈ। ਆਪ ਹੰਗਤਾ ਮਮਤਾ ਕਰਕੇ ਇਹ ਵੱਜ ਗਿਆ ਹੈ। ਬਾਤ ਚੀਤ ਸਭ ਰਹੀ ਸਿਆਣਪ, ਗੱਲਾਂ ਕਰਨੀਆਂ ਚਿੱਤ ਵਿੱਚ ਚਿਤਵਨੀਆਂ ਕਰਨੀਆਂ, ਇਹ ਸਾਰੀਆਂ ਬੁੱਧੀ ਦੀਆਂ ਸਿਆਣਪਾਂ
ਰਹਿ ਚੁੱਕੀਆਂ ਹਨ। ਜਿਸ ਹੈ ਜਨਾਬੋ ਸੋ ਜਾਣੈ ਨਾਨਕ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਜਿਸ ਨੂੰ ਤੁਸੀਂ ਜਣਾਉਣਾ ਚਾਹੁੰਦੇ ਹੋ ਉਹ ਆਪ ਦੇ ਸਰੂਪ ਨੂੰ ਜਾਣਦਾ ਹੈ। ਬਾਤ ਚੀਤ ਸਭ ਰਹੀ ਸਿਆਣਪ, ਕਿ ਗੱਲਾਂ ਕਰਨੀਆਂ ਚਿੱਤ ਵਿੱਚ ਚਿਤਵਨੀਆਂ ਕਰਨੀਆਂ, ਇਹ ਸਭ ਬੁੱਧੀ ਦੀਆਂ ਸਿਆਣਪਾਂ ਰਹਿ ਚੁੱਕੀਆਂ ਹਨ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਹੇ ਪਰਮੇਸ਼ਰ, ਜਿਸ ਨੂੰ ਤੁਸੀਂ ਜਣਾਉਣਾ ਕਰਦੇ ਹੋ, ਜਣਾਉਣਾ ਚਾਹੁੰਦੇ ਹੋ, ਉਹ ਆਪ ਦੇ ਸਰੂਪ ਨੂੰ ਜਾਣਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਸਮਝਾ ਰਹੇ ਹਨ ਸ਼ਲੋਕ, ਭੈ ਭੰਜਨ ਅਗ ਦੂਖ ਨਾਸ, ਮਨ ਹੈ ਅਰਾਧ ਹਰੇ। ਹੇ ਜੀਵ, ਹਰੀ ਦਾ ਨਾਮ ਜਨਮ ਮਰਨ ਦੇ ਡਰ ਨੂੰ ਭੰਜਨ ਵਾਲਾ ਹੈ, ਪਾਪਾਂ ਨੂੰ ਸ਼ਬਦ ਸਵਰਸ ਆਦ ਦੋਸ਼ਾਂ ਨੂੰ ਵੀ ਨਾਸ ਨਿਵਰਤ ਕਰਨ ਵਾਲਾ ਹੈ। ਇਸ ਕਰਕੇ ਅੰਤਸ ਕਰਨ ਦੇ ਵਿੱਚ ਹਿਰਦੇ ਦੇ ਨਾਲ ਹਰੀ ਵਾਹਿਗੁਰੂ ਨੂੰ ਆਰਾਧਨਾ ਕਰ। ਸੰਤ ਸੰਗ ਜਿਹ ਰਿੱਧ ਵਸਿਓ, ਨਾਨਕ ਤੇ ਨਾ ਭ੍ਰਮ ਤੇ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਸੰਤਾਂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ ਵਾਹਿਗੁਰੂ ਦਾ ਨਾਮ ਵਸ ਗਿਆ ਹੈ, ਉਹ ਜੂਨਾਂ ਵਿੱਚ ਭਟਕਦੇ ਨਹੀਂ ਹਨ। ਭਾਵੇਂ ਭਰਮ ਨਿਵਰਤ ਦੀਆਂ ਜੁਗਤੀਆਂ ਸਿੱਖ ਲੈਣ, ਜਿੰਨਾ ਚਿਰ ਹਿਰਦੇ ਵਿੱਚ ਵਾਹਿਗੁਰੂ ਨਹੀਂ ਵਸਦਾ, ਭਰਮ ਨਹੀਂ ਜਾਂਦਾ। ਪੌੜੀ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਭੱਬਾ ਭਰਮ ਮਿਟਾਵੋ ਆਪਣਾ, ਇਆ ਸੰਸਾਰ ਸਗਲ ਹੈ ਸੁਪਨਾ। ਕਿ ਭੱਬੇ ਅੱਖਰ ਦੁਆਰਾ ਕਥਨ ਕਰਦੇ ਹਨ, ਇਹ ਭਾਈ ਆਪਣੇ ਸਰੂਪ ਦੇ ਭਰਮ ਨੂੰ ਨਿਵਰਤ ਕਰੋ। ਇਹ ਸਾਰਾ ਸੰਸਾਰ, ਸਾਰਾ ਜਗਤ ਸੁਪਨੇ ਦੀ ਨਿਆਈ ਮਿਥਿਆ ਹੋਇਆ ਹੈ। ਇਆ ਸੰਸਾਰ ਜਗਤ ਸਗਲ ਹੈ ਸੁਪਨਾ। ਇਹ ਸਗਲ ਸਾਰਾ ਸੰਸਾਰ, ਸਾਰਾ ਜਗਤ ਸੁਪਨੇ ਦੀ ਨਿਆਈ ਹੈ। ਭਰਮੇ ਸੁਰ ਨਰ ਦੇਵੀ ਦੇਵਾ, ਸੰਸਾਰ ਨੂੰ ਸੱਤ ਮੰਨ ਕੇ ਸੁਰ ਦੇਵਤੇ, ਸਵਰਗੀ ਲੋਕ, ਮਨੁੱਖ, ਦੇਵਤੇ ਭਰਮ ਵਿੱਚ ਪਏ ਹਨ। ਭਰਮੇ ਸਿੱਧ ਸਾਧਕ ਬ੍ਰਹਮੇਵਾ, ਕਿ ਸਿੱਧ 84 ਸਿੱਧ ਸਾਧਕ ਸਾਧਨਾ ਕਰਨ ਵਾਲੇ ਤੇ ਬ੍ਰਹਮੇਵਾ ਬ੍ਰਹਮਾ ਵਰਗੇ ਵੀ ਦੇਵ ਨਿਸ਼ਚੇ ਕਰਕੇ ਭਰਮ ਵਿੱਚ ਪੈ ਗਏ ਹਨ। ਕਾਲ ਹੀ ਪਾਏ ਭਇਓ ਬ੍ਰਹਮਾ, ਗਹਿ ਦੰਡ ਕਮੰਡਲ ਰੂਪ ਭਰਮਾਏ। ਕਿ ਮਹਾਰਾਜ ਜੀ ਸਮਝਾ ਰਹੇ ਹਨ, ਬ੍ਰਹਮਾ ਵਰਗੇ ਵੀ ਭਰਮ ਦੇ ਵਿੱਚ ਪਏ ਹੋਏ ਹਨ। ਭਰਮ ਭਰਮ ਮਨ ਮਨੁੱਖ ਡਹਿਕਾਵੈ। ਭਰਮ ਦੇ ਭਰਮਾਏ ਮਨੁੱਖ ਜੀਵ ਜੂਨਾਂ ਵਿੱਚ ਭਟਕਦੇ ਫਿਰਦੇ ਹਨ। ਦੁੱਤਰ ਮਹਾ ਬਿਖਮ ਇਹ ਮਾਏ, ਇਹ ਮਾਏ, ਇਹ ਮਾਇਆ ਬੜੀ ਬਿਖਮ ਕਾਠਨ ਤੇ ਦੁੱਤਰ ਕਾਠਨ ਹੈ। ਕਿਸੇ ਪਾਸੋਂ ਇਹ ਤਰੀ ਨਹੀਂ ਜਾਂਦੀ। ਗੁਰਮੁਖ ਭ੍ਰਮ ਭੈ ਮੋਹ ਮਿਟਾਇਆ, ਨਾਨਕ ਤੇ ਪਰਮ ਸੁਖ ਪਾਇਆ। ਗੁਰਮੁਖ ਭਰਮ ਭੈ ਮੋਹ ਮਿਟਾਇਆ, ਕਿ ਗੁਰਾਂ ਦੁਆਰਾ ਜਿਨ੍ਹਾਂ ਗੁਰਮੁਖਾਂ ਨੇ ਅੰਦਰੋਂ 5 ਪ੍ਰਕਾਰ ਦਾ ਭਰਮ, 7 ਪ੍ਰਕਾਰ ਦਾ ਡਰ ਅਤੇ ਮੋਹ ਅਗਿਆਨਤਾ ਮੇਟ ਲਿਆ ਹੈ, ਉਹਨਾਂ ਨੂੰ ਇਹ ਮਾਇਆ ਤੰਗ ਨਹੀਂ ਕਰ ਸਕਦੀ। ਮਾਇਆ ਤੋਂ ਨਿਰਲੇਪ ਰਹਿੰਦੇ ਹਨ। ਜੋ ਪਰਮੇਸ਼ਰ ਦਾ ਨਾਮ ਜਪਦੇ ਹਨ, ਉਹ ਇਸ ਸੰਸਾਰ ਤੋਂ ਵੀ ਵੱਖਰੇ ਹੋ ਜਾਂਦੇ ਹਨ। ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ, ਗੁਰੂ ਬਖਸ਼ਣਹਾਰ ਹੈ, ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰਨ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੈ